ਅੱਜ ਆਓ ਅਸੀਂ ਚਰਚ ਆਫ ਗॉड ਜਿਸਨੇ ਪੈਂਤੇਕੁਸਤ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ, ਇਸ ਵਿਸ਼ੇ ਦੇ ਤਹਿਤ ਪਰਮੇਸ਼ਵਰ ਦੇ ਵਚਨਾਂ ਨੂੰ ਸਾਂਝਾ ਕਰੀਏ। ਤੁਹਾਨੂੰ ਕੀ ਲੱਗਦਾ ਹੈ ਕਿ ਚਰਚ ਦਾ ਮਿਸ਼ਨ ਕੀ ਹੈ? ਚਰਚ ਦਾ ਮਿਸ਼ਨ ਆਤਮਾਵਾਂ ਨੂੰ ਬਚਾਉਣਾ ਹੈ ਨਾ? ਜੇਕਰ ਚਰਚ ਕੋਲ ਮੁਕਤੀ ਦਾ ਵਾਅਦਾ ਨਹੀਂ ਹੈ ਤਾਂ ਚਰਚ ਵਿਅਰਥ ਹੈ। ਕੋਈ ਫਰਕ ਨਹੀਂ ਪੈਂਦਾ ਕਿ ਬਾਹਰੀ ਰੂਪ ਕਿੰਨਾ ਸ਼ਾਨਦਾਰ ਹੈ ਅਤੇ ਉੱਥੇ ਫੁੱਲਾਂ ਵਰਗੇ ਸ਼ਬਦ ਬਹੁਤ ਪ੍ਰਭਾਵਿਤ ਹਨ। ਜੇਕਰ ਚਰਚ ਕੋਲ ਮੁਕਤੀ ਨਹੀਂ ਹੈ ਤਾਂ ਕੀ ਹੋਵੇਗਾ? ਚਰਚ ਕੋਲ ਕੋਈ ਜੀਵਨ ਨਹੀਂ ਹੋਵੇਗਾ। ਕੀ ਤੁਸੀਂ ਸਹਿਮਤ ਨਹੀਂ ਹੋ? ਚਰਚ ਦਾ ਮਿਸ਼ਨ ਸਾਰੀ ਮਨੁੱਖ ਜਾਤੀ ਨਾਲ ਪਰਮੇਸ਼ਵਰ ਦਾ ਵਾਅਦਾ ਕੀਤੀ ਹੋਈ ਮੁਕਤੀ ਨੂੰ ਸਾਂਝਾ ਕਰਨਾ ਹੈ। ਉਹ ਸਿਰਫ ਮੁਖੀਆ ਸੰਸਥਾ ਚਰਚ ਹੈ। ਬਾਈਬਲ ਦੀਆਂ 6 ਕਿਤਾਬਾਂ ਦੇ ਅਨੁਸਾਰ ਕਿਹੜੇ ਚਰਚ ਨੇ ਪੈਂਤੇਕੁਸਤ ਦੇ ਦਿਨ ਤੇ ਪਵਿੱਤਰ ਆਤਮਾ ਪ੍ਰਾਪਤ ਕੀਤਾ? ਬਾਈਬਲ ਕਹਿੰਦੀ ਹੈ ਕਿ ਉਹ ਚਰਚ ਆਫ ਗॉड ਹੈ ਜਿਸ ਵਿੱਚ ਅਸੀਂ ਭਾਗ ਲੈਂਦੇ ਹਾਂ। ਸਾਰੇ ਲੋਕੋ, ਕਿ ਤੁਸੀਂ ਸਾਰਿਆਂ ਨੇ ਬਾਈਬਲ ਦੇ ਦੁਆਰਾ ਉਹ ਵੇਖਿਆ ਹੈ। ਚਰਚ ਆਫ ਗॉड ਤੇ ਜੋ ਉਤਰਿਆ ਉਹ ਪੈਂਤੇਕੁਸਤ ਦੀ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਸੀ। ਬਾਈਬਲ ਕਹਿੰਦੀ ਹੈ ਕਿ ਪਿਛਲੀ ਬਰਸਾਤ ਦਾ ਪਵਿੱਤਰ ਆਤਮਾ ਵੀ ਚਰਚ ਆਫ ਗॉड ਉੱਤੇ ਉਤਰੇਗਾ ਅਤੇ ਪਰਮੇਸ਼ਵਰ ਨੇ ਉਸ ਚਰਚ ਨੂੰ ਮੁਕਤੀ ਦੇਣ ਦਾ ਵਾਅਦਾ ਕੀਤਾ ਜਿਸ ਨੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ ਅਤੇ ਸਿਯੋਨ ਦੀਆਂ ਸੰਤਾਨਾਂ ਨੂੰ ਮੁਕਤੀ ਦੀਆਂ ਸਾਰੀਆਂ ਗਵਾਹੀਆਂ ਪ੍ਰਦਾਨ ਕੀਤੀਆਂ। ਪਰਮੇਸ਼ਵਰ ਨੇ ਪੈਂਤੇਕੁਸਤ ਦੇ ਦਿਨ ਤੇ ਉਸ ਚਰਚ ਨੂੰ ਕੀ ਪ੍ਰਦਾਨ ਕੀਤਾ ਜਿਸ ਵਿੱਚ ਪਤਰਸ, ਯਹੂਨਾ ਅਤੇ ਸਾਰੇ 12 ਚੇਲਿਆਂ ਨੇ ਭਾਗ ਲਿਆ ਸੀ। ਪਰਮੇਸ਼ਵਰ ਨੇ ਚਰਚ ਉੱਤੇ ਪਵਿੱਤਰ ਆਤਮਾ ਦੀ ਬਰਸਾਤ ਕੀਤੀ ਤਾਂ ਫਿਰ ਜੋ ਲੋਕ ਉਸ ਚਰਚ ਦੇ ਇਲਾਵਾ ਹੋਰ ਚਰਚਾਂ ਵਿੱਚ ਪਵਿੱਤਰ ਆਤਮਾ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਹਨ, ਉਹ ਸਾਰੇ ਝੂਠੇ ਹਨ, ਹੈ ਨਾ? ਕਿਉਂਕਿ ਉਸ ਚਰਚ ਵਿੱਚ ਮੁਕਤੀ ਹੈ ਜਿਸ ਨੇ ਪਰਮੇਸ਼ਵਰ ਦੀ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ ਅਤੇ ਪਰਮੇਸ਼ਵਰ ਦੀ ਸ਼ਕਤੀ ਨੂੰ ਪਹਿਨਿਆ। ਫਿਰ ਪਰਮੇਸ਼ਵਰ ਨੇ ਸਾਨੂੰ ਕੀ ਕਰਨ ਲਈ ਕਿਹਾ? ਪਵਿੱਤਰ ਆਤਮਾ ਦੇ ਨਾਲ ਖੁਸ਼ਖਬਰੀ ਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਫੈਲਾਓ ਅਤੇ ਦੁਨੀਆ ਨੂੰ ਬਚਾਓ। ਪਰਮੇਸ਼ਵਰ ਨੇ ਉਹ ਸੱਚਾਈ ਜੋ ਦੁਨੀਆ ਨੂੰ ਬਚਾ ਸਕਦੀ ਹੈ ਉਸ ਕਲੀਸਿਆ ਨੂੰ ਦਿੱਤੀ ਜਿਸ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ ਅਤੇ ਉਸ ਦਾ ਪ੍ਰਚਾਰ ਕਰਨ ਲਈ ਕਿਹਾ। ਬਾਈਬਲ ਦੀਆਂ 6 ਕਿਤਾਬਾਂ ਵਿੱਚ ਦਰਜ ਸਿਰਫ ਚਰਚ ਆਫ ਗॉड ਹੀ ਦੁਨੀਆ ਨੂੰ ਮੁਕਤੀ ਪ੍ਰਦਾਨ ਕਰ ਰਿਹਾ ਹੈ ਅਤੇ ਜਿਸ ਨੇ ਪਰਮੇਸ਼ਵਰ ਤੋਂ ਪੈਂਤੇਕੁਸਤ ਦੇ ਪਵਿੱਤਰ ਆਤਮਾ ਨੂੰ ਪ੍ਰਾਪਤ ਕੀਤਾ ਹੈ। ਇਸ ਗੱਲ ਉੱਤੇ ਵਿਸ਼ਵਾਸ ਕਰਕੇ ਕਿ ਪਤਰਸ ਨੇ ਚਰਚ ਆਫ ਗॉड ਵਿੱਚ ਭਾਗ ਲਿਆ, ਪੌਲੁਸ ਨੇ ਚਰਚ ਆਫ ਗॉड ਵਿੱਚ ਭਾਗ ਲਿਆ ਅਤੇ ਯੀਸ਼ੂ ਮਸੀਹ ਨੇ ਚਰਚ ਆਫ ਗॉड ਦੀ ਸਥਾਪਨਾ ਕੀਤੀ। ਸਾਨੂੰ ਇਹ ਕਹਿੰਦੇ ਹੋਏ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਿੱਚ ਸਮਰਥੀ ਹੋਣਾ ਚਾਹੀਦਾ ਹੈ ਕਿ ਚਰਚ ਆਫ ਗॉड ਵਿੱਚ ਆਓ, ਮਸੀਹ ਅਨਸਾਉਂਗ ਜੀ ਉੱਤੇ ਵਿਸ਼ਵਾਸ ਕਰੋ, ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਉਹੀ ਹੈ ਜਿਸ ਦੇ ਬਾਰੇ ਬਾਈਬਲ ਗਵਾਹੀ ਦਿੰਦੀ ਹੈ। ਉਸ ਚਰਚ ਦੇ ਇਲਾਵਾ ਜਿਸ ਵਿੱਚ ਪਤਰਸ ਅਤੇ ਪੌਲੁਸ ਨੇ ਭਾਗ ਲਿਆ ਸੀ, ਕਿ ਪਰਮੇਸ਼ਵਰ ਨੇ ਕਿਸੇ ਹੋਰ ਚਰਚ ਨਾਲ ਮੁਕਤੀ ਦਾ ਵਾਅਦਾ ਕੀਤਾ ਹੈ? ਨਹੀਂ। ਚਰਚ ਜਿਸ ਦੀ ਸਥਾਪਨਾ ਯੀਸ਼ੂ ਨੇ ਕੀਤੀ ਅਤੇ ਜਿਸ ਵਿੱਚ ਪਤਰਸ, ਯਹੂਨਾ ਅਤੇ ਰਸੂਲ ਪੌਲੁਸ ਨੇ ਭਾਗ ਲਿਆ, ਉਹ ਇੱਕੋ ਇੱਕ ਚਰਚ ਹੈ ਜਿਸ ਵਿੱਚ ਪਵਿੱਤਰ ਆਤਮਾ ਦੀ ਆਸ਼ੀਸ਼ ਅਤੇ ਮੁਕਤੀ ਦਾ ਵਾਅਦਾ ਹੈ। ਉਸ ਚਰਚ ਦੇ ਦੁਆਰਾ ਪਰਮੇਸ਼ਵਰ ਦੁਨੀਆ ਦੇ ਸਾਰੇ ਲੋਕਾਂ ਦੀ ਸਦੀਪਕ ਸਵਰਗ ਦੇ ਰਾਜ ਵਿੱਚ ਅਗਵਾਈ ਕਰਦੇ ਹਨ। ਉਹੀ ਚਰਚ ਸਾਡਾ ਚਰਚ ਆਫ ਗॉड ਹੈ। ਅੱਜ ਆਓ ਅਸੀਂ ਪਰਮੇਸ਼ਵਰ ਦੇ ਵਚਨਾਂ ਨੂੰ ਇਕੱਠੇ ਸਾਂਝਾ ਕਰਦੇ ਹੋਏ ਇਹਨਾਂ ਸਾਰੇ ਮਾਮਲਿਆਂ ਦੀ ਇੱਕ ਜਾਂਚ ਕਰੀਏ ਅਤੇ ਸਾਨੂੰ ਸਾਰਿਆਂ ਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਬਾਈਬਲ ਉਹਨਾਂ ਦੇ ਬਾਰੇ ਗਵਾਹੀ ਦਿੰਦੀ ਹੈ। ਜਦੋਂ ਅਸੀਂ ਆਪਣੇ ਚਾਰੇ ਪਾਸੇ ਵੇਖਦੇ ਹਾਂ ਤਾਂ ਕੀ ਅਸੀਂ ਕਿਸੇ ਅਜਿਹੇ ਚਰਚ ਨੂੰ ਵੇਖ ਸਕਦੇ ਹਾਂ ਜੋ ਪੈਂਤੇਕੁਸਤ ਦੇ ਪਰਵ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਪਰਵ ਦੇ ਬਾਰੇ ਸਹੀ ਗਿਆਨ ਨਾਲ ਆਰਾਧਨਾ ਕਰਦਾ ਹੈ? ਅਜਿਹਾ ਚਰਚ ਨਹੀਂ ਹੈ। ਫਿਰ ਆਓ ਅਸੀਂ ਇਸ ਦੇ ਬਾਰੇ ਸੋਚੀਏ ਕਿ ਕਿਉਂ ਨਹੀਂ ਹੈ। ਭਾਵੇਂ ਬਾਈਬਲ ਵਿੱਚ ਉਹ ਪਰਵ ਹਨ, ਪਰ ਉਹ ਚਰਚ ਇਸ ਨੂੰ ਕਿਉਂ ਨਹੀਂ ਮੰਨਦੇ? ਚਰਚ ਜਿਸ ਨੇ ਪਵਿੱਤਰ ਆਤਮਾ ਪ੍ਰਾਪਤ ਕੀਤਾ ਉਹ ਸਿਰਫ ਚਰਚ ਆਫ ਗॉड ਹੈ। ਚਰਚ ਜਿਸ ਨੂੰ ਯੀਸ਼ੂ ਨੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਿਹਾ, ਉਹ ਵੀ ਸਿਰਫ ਇੱਕੋ ਇੱਕ ਚਰਚ ਆਫ ਗॉड ਹੈ। ਅਤੇ ਇਹ ਵੀ ਲਿਖਿਆ ਗਿਆ ਹੈ ਕਿ ਜਿਹੜਾ ਨਿਸ਼ਚਾ ਕਰੇ ਅਤੇ ਬਪਤਿਸਮਾ ਲਵੇ ਅਤੇ ਉਹ ਬਚਾਇਆ ਜਾਵੇਗਾ। ਜਿਸ ਚਰਚ ਨੂੰ ਮੁਕਤੀ ਦਾ ਵਾਅਦਾ ਪ੍ਰਾਪਤ ਹੋਇਆ ਹੈ
ਉਹ ਵੀ ਚਰਚ ਆਫ ਗੋਡ ਹੈ। ਸਾਨੂੰ ਇਸ ਉੱਤੇ ਮਾਣ ਕਰਨਾ ਚਾਹੀਦਾ ਹੈ। ਹੋਰ ਚਰਚਾਂ ਨੂੰ ਪਰਮੇਸ਼ਵਰ ਨੇ ਕਿਹਾ, ਭਾਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ, ਪਰ ਸਿਰਫ ਕਿਸ ਚਰਚ ਨੂੰ ਪਰਮੇਸ਼ਵਰ ਨੇ ਮੁਕਤੀ ਦਾ ਵਾਅਦਾ ਦਿੱਤਾ ਹੈ, ਇਹ ਚਰਚ ਆਫ ਗੋਡ ਹੈ। ਇਸੇ ਕਰਕੇ ਪਰਮੇਸ਼ਵਰ ਦੀ ਖੁਸ਼ਖਬਰੀ ਦੇ ਪ੍ਰਚਾਰ ਦਾ ਮਿਸ਼ਨ ਵੀ ਸਿਰਫ ਚਰਚ ਆਫ ਗੋਡ ਦੇ ਮੈਂਬਰਾਂ ਨੂੰ ਸੌਂਪਿਆ ਗਿਆ ਹੈ। ਜਦੋਂ ਇਹ ਖੁਸ਼ਖਬਰੀ ਫੈਲਦੀ ਹੈ ਤਾਂ ਪਰਮੇਸ਼ਵਰ ਦੀ ਮੁਕਤੀ ਧਰਤੀ ਉੱਤੇ ਬਰਸਾਈ ਜਾਵੇਗੀ। ਫਿਰ ਦੁਨੀਆ ਨੂੰ ਬਚਾਉਣ ਲਈ ਕਿਸ ਨੂੰ ਜਾਗ ਉੱਠਣਾ ਚਾਹੀਦਾ ਹੈ? ਸਾਨੂੰ ਜਾਗ ਉੱਠਣਾ ਚਾਹੀਦਾ ਹੈ। ਪਿਤਾ ਦੇ ਧਰਤੀ ਉੱਤੇ ਆਉਣ ਦੇ ਦਿਨ ਤੱਕ ਸਿਯੋਨ ਦੀਆਂ ਸਾਰੀਆਂ ਸੰਤਾਨਾਂ ਨੂੰ ਹਿੰਮਤ ਰੱਖਣੀ ਚਾਹੀਦੀ ਹੈ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਪੂਰੀ ਕੋਸ਼ਿਸ਼ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਅੱਜ ਮੈਂ ਤੁਹਾਨੂੰ ਇਹ ਦੱਸਿਆ ਹੈ ਕਿ ਚਰਚ ਵਿੱਚ ਮੁਕਤੀ ਹੋਣੀ ਚਾਹੀਦੀ ਹੈ। ਫਿਰ ਅਸੀਂ ਕਿਸ ਦੇ ਦੁਆਰਾ ਗਵਾਹੀ ਦੇ ਸਕਦੇ ਹਾਂ ਕਿ ਚਰਚ ਆਫ ਗੋਡ ਕੋਲ ਮੁਕਤੀ ਹੈ? ਆਓ ਅਸੀਂ ਇਸ ਦੇ ਬਾਰੇ ਕੁਝ ਗੱਲਾਂ ਲੱਭੀਏ। ਸਭ ਤੋਂ ਪਹਿਲਾਂ ਸਾਨੂੰ ਇਹ ਜਾਂਚਣ ਦੀ ਲੋੜ ਹੈ ਕਿ ਸਾਡੇ ਚਰਚ ਆਫ ਗੋਡ ਵਿੱਚ ਕੋਈ ਵਿਸ਼ਵਾਸ ਦੇ ਪੁਰਖੇ ਹਨ ਜੋ ਬਚਾਏ ਗਏ ਸੀ। ਬਾਈਬਲ ਦੇ ਰਿਕਾਰਡ ਦੇ ਅਨੁਸਾਰ ਚਰਚ ਆਫ ਗੋਡ ਵਿੱਚ ਜੋ ਭਾਗ ਲੈਂਦੇ ਸੀ ਉਹਨਾਂ ਵਿੱਚ ਪਤਰਸ ਸੀ ਅਤੇ ਉਸ ਦੇ ਇਲਾਵਾ ਹੋਰ ਕਿੰਨੇ ਚਰਚ ਆਫ ਗੋਡ ਵਿੱਚ ਭਾਗ ਲਿਆ ਸੀ? ਯਹੂਨਾ ਨੇ ਭਾਗ ਲਿਆ। ਹੋਰ ਕੌਣ? ਉਸ ਵਿੱਚ ਪੌਲੁਸ ਸੀ। ਸਾਰੇ ਲੋਕੋ ਕਿ ਪਤਰਸ ਬਚਾਇਆ ਗਿਆ ਕਿ ਨਹੀਂ? ਯਹੂਨਾ ਅਤੇ ਪੌਲੁਸ ਦੇ ਬਾਰੇ ਕੀ? ਤਾਂ ਫਿਰ ਇਹ ਪੱਕਾ ਹੈ ਕਿ ਪਰਮੇਸ਼ਵਰ ਦੀ ਵਾਅਦਾ ਕੀਤੀ ਹੋਈ ਮੁਕਤੀ ਚਰਚ ਆਫ ਗੋਡ ਵਿੱਚ ਹੈ। ਪਰਮੇਸ਼ਵਰ ਨੇ ਖੁਸ਼ਖਬਰੀ ਦਾ ਮਿਸ਼ਨ ਕਿਸ ਨੂੰ ਸੌਂਪ ਦਿੱਤਾ? ਇਹ ਸਿਰਫ ਚਰਚ ਆਫ ਗੋਡ ਹੈ। ਹੋਰ ਚਰਚਾਂ ਨੂੰ ਮਿਸ਼ਨ ਨਹੀਂ ਦਿੱਤਾ ਗਿਆ। ਕੀ ਇਹ ਪਰਮੇਸ਼ਵਰ ਦਾ ਵਿਸ਼ੇਸ਼ ਅਧਿਕਾਰ ਨਹੀਂ ਹੈ? ਫਿਰ ਬਾਈਬਲ ਕੀ ਕਹਿੰਦੀ ਹੈ? ਉਸ ਵਿੱਚੋਂ ਨਾ ਕੁਝ ਵਧਾਉਣਾ ਜਾਂ ਨਾ ਘਟਾਉਣਾ। ਆਓ ਅਸੀਂ ਬਾਈਬਲ ਦੀ ਗਵਾਹੀਆਂ ਦੇ ਦੁਆਰਾ ਇਸ ਦੀ ਜਾਂਚ ਕਰੀਏ। ਕਿਉਂਕਿ ਅੱਜ ਪਿੰਤੇਕੁਸਤ ਦਾ ਦਿਨ ਹੈ। ਆਓ ਅਸੀਂ ਰਸੂਲਾਂ ਦੀ ਕਿਤਾਬ ਅਧਿਆਇ 2 ਖੋਲੀਏ ਅਤੇ ਵੇਖੀਏ ਕਿ ਕਿਹੜੇ ਚਰਚ ਉੱਤੇ ਪਿੰਤੇਕੁਸਤ ਦਾ ਪਵਿੱਤਰ ਆਤਮਾ ਬਰਸਾਇਆ ਗਿਆ ਸੀ। ਆਓ ਅਸੀਂ ਰਸੂਲਾਂ ਦੇ ਕੰਮ ਅਧਿਆਇ 2 ਵਚਨ 1 ਵੇਖੀਏ। ਜਾਂ ਪਿੰਤੇਕੁਸਤ ਦਾ ਦਿਨ ਆਇਆ, ਉਹ ਸਭ ਇੱਕ ਥਾਂ ਇਕੱਠੇ ਸਨ ਔਰ ਅਚਾਨਕ ਆਕਾਸ਼ ਤੋਂ ਇੱਕ ਗੂੰਜ ਆਈ, ਜਿਹੀ ਵੱਡੀ ਭਾਰੀ ਹਨੇਰੀ ਦੇ ਵਗਣ ਦੀ ਹੁੰਦੀ ਹੈ, ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ ਔਰ ਉਹਨਾਂ ਨੂੰ ਅੱਗ ਦੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਹ ਉਹਨਾਂ ਵਿੱਚੋਂ ਹਰ ਇੱਕ ਉੱਤੇ ਠਹਿਰੀਆਂ। ਤਦ ਉਹ ਸਭੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਹਨਾਂ ਨੂੰ ਬੋਲਣ ਦਿੱਤਾ। ਰਸੂਲਾਂ ਦੇ ਕੰਮ 2 ਵਿੱਚ ਅਸੀਂ ਵੇਖ ਸਕਦੇ ਹਾਂ ਕਿ ਪਿੰਤੇਕੁਸਤ ਦੇ ਦਿਨ ਪਰਮੇਸ਼ਵਰ ਦੀ ਵਿਸ਼ੇਸ਼ ਕਿਰਪਾ ਬਰਸਾਈ ਜਾਂਦੀ ਹੈ। ਇੱਥੇ ਲਿਖਿਆ ਹੈ ਕਿ ਅਤੇ ਉਸ ਨਾਲ ਸਾਰਾ ਘਰ ਜਿੱਥੇ ਉਹ ਬੈਠੇ ਸਨ ਭਰ ਗਿਆ। ਫਿਰ ਆਓ ਅਸੀਂ ਰਸੂਲਾਂ ਦੇ ਕੰਮ ਅਧਿਆਇ 1 ਖੋਲੀਏ ਅਤੇ ਵੇਖੀਏ ਕਿ ਕਿਸ ਪ੍ਰਕਾਰ ਦੇ ਲੋਕ ਉੱਥੇ ਇਕੱਠਾ ਹੋਏ। ਰਸੂਲਾਂ ਦੇ ਕੰਮ ਅਧਿਆਇ 1 ਵਚਨ 12 ਵਿੱਚ ਲਿਖਿਆ ਹੈ, ਤਦ ਉਹ ਉਸ ਪਹਾੜ ਤੋਂ ਜਿਹੜਾ ਜੈਤੂਨ ਦਾ ਸਦੀਦਾ ਹੈ ਤੇ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਵਾਟ ਹੈ, ਯਰੂਸ਼ਲਮ ਨੂੰ ਮੁੜੇ ਅਰ ਜਦ ਪਹੁੰਚੇ ਤਾਂ ਉਸ ਚਬਾਰੇ ਉੱਤੇ ਚੜ ਗਏ ਜਿੱਥੇ ਉਹ ਟਿਕਦੇ ਸਨ। ਅਰਥਾਤ ਕੌਣ? ਪਤਰਸ। ਹੋਰ ਕੌਣ? ਅਰ ਯਹੂਨਾ ਅਰ ਯਾਕੂਬ ਅਰ ਆਂਦਰੀਆਸ ਅਰ ਫਿਲਿਪੁਸ ਅਰ ਥੋਮਾ ਅਰ ਬਰਥੁਲਮਈ ਅਰ ਮਤੀ ਅਰ ਹਲਫਾ ਦਾ ਪੁੱਤਰ ਯਾਕੂਬ ਅਰ ਸ਼ਮੌਨ ਜੇਲੋਤਿਸ ਅਰ ਯਾਕੂਬ ਦਾ ਪੁੱਤਰ ਯਹੂਦਾ। ਲਗਭਗ 120 ਲੋਕ ਉੱਥੇ ਇਕੱਠਾ ਹੋਏ। ਉਸ ਚਰਚ ਉੱਤੇ ਜਿਸ ਵਿੱਚ ਪਤਰਸ ਅਤੇ ਯਹੂਨਾ ਨੇ ਭਾਗ ਲਿਆ, ਪਰਮੇਸ਼ਵਰ ਨੇ ਪਵਿੱਤਰ ਆਤਮਾ ਬਰਸਾਇਆ। ਉਸ ਚਰਚ ਨੂੰ ਪਰਮੇਸ਼ਵਰ ਨੇ ਪਵਿੱਤਰ ਆਤਮਾ ਦੇਣ ਦਾ ਵਾਅਦਾ ਕੀਤਾ। ਸਾਨੂੰ ਇਹ ਸਮਝਣ ਵਿੱਚ ਸਮਰਥੀ ਹੋਣਾ ਚਾਹੀਦਾ ਹੈ ਕਿ ਕਿਸ ਚਰਚ ਵਿੱਚ ਪਵਿੱਤਰ ਆਤਮਾ ਉਤਰਿਆ ਸੀ ਅਤੇ ਉਸ ਚਰਚ ਨੂੰ ਜਿਸ ਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ, ਮਸੀਹ ਨੇ ਕੀ ਕਰਨ ਲਈ ਕਿਹਾ। ਆਓ ਅਸੀਂ ਇਸ ਦੇ ਬਾਰੇ ਇੱਕ ਹੋਰ ਵਚਨ ਵੇਖੀਏ। ਰਸੂਲਾਂ ਦੇ ਕੰਮ ਅਧਿਆਇ 1 ਵਚਨ 6। ਸੋ ਜਾਂ ਉਹ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ, ਕੀ ਤੂੰ ਇਸ ਵੇਲੇ ਇਜ਼ਰਾਈਲ ਦਾ ਰਾਜ ਬਹਾਲ ਕਰਦਾ ਹੈ? ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਈ ਉਹਨਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ, ਪਰ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੀ ਯਹੂਦੀਆ
ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਆਓ ਅਸੀਂ ਵਚਨ 8 ਵਿੱਚ ਪਰਮੇਸ਼ਵਰ ਦੇ ਵਚਨਾਂ ਉੱਤੇ ਨੇੜਿਓਂ ਦੀ ਨਜ਼ਰ ਪਾਈਏ। ਪਰ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੀ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਉਹਨਾਂ ਨੇ ਇਹ ਬੇਨਤੀ ਕਿਸ ਨੂੰ ਸੌਂਪੀ? ਸਾਨੂੰ ਸਪਸ਼ਟ ਰੂਪ ਨਾਲ ਇਹ ਵੇਖਣ ਦੀ ਲੋੜ ਹੈ ਕਿ ਉਹਨਾਂ ਨੇ ਕਿਸ ਚਰਚ ਨੂੰ ਇਹ ਮਿਸ਼ਨ ਸੌਂਪਿਆ ਸੀ। ਸਾਰੇ ਚਰਚਾਂ ਦਾ ਦਾਅਵਾ ਹੈ ਕਿ ਪਰਮੇਸ਼ਵਰ ਨੇ ਉਹਨਾਂ ਨੂੰ ਇਹ ਮਿਸ਼ਨ ਸੌਂਪਿਆ ਸੀ, ਪਰ ਇਹ ਬਿਲਕੁਲ ਵੀ ਸੱਚ ਨਹੀਂ ਹੈ, ਕਿਉਂਕਿ ਯੀਸ਼ੂ ਨੇ ਜਦੋਂ ਉਹ ਉਠਾਏ ਗਏ ਸੀ, ਪਤਰਸ, ਯਹੂਨਾ, ਯਾਕੂਬ ਅਤੇ ਮਤੀ ਨੂੰ ਇਹ ਮਿਸ਼ਨ ਸੌਂਪਿਆ ਸੀ। ਫਿਰ ਸਾਨੂੰ ਉਸ ਚਰਚ ਉੱਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਜਿਸ ਵਿੱਚ ਉਹ ਸਾਰੇ ਜਾਂਦੇ ਸੀ। ਪਰਮੇਸ਼ਵਰ ਨੇ ਸਪਸ਼ਟ ਰੂਪ ਨਾਲ ਕਿਹਾ, ਧਿਆਨ ਦਿਓ ਕਿ ਪਤਰਸ ਨੇ ਕਿਸ ਚਰਚ ਵਿੱਚ ਭਾਗ ਲਿਆ ਸੀ ਅਤੇ ਯਹੂਨਾ ਨੇ ਕਿਸ ਚਰਚ ਵਿੱਚ ਭਾਗ ਲਿਆ ਸੀ। ਫਿਰ ਹੀ ਅਸੀਂ ਪੱਕੀ ਤਰ੍ਹਾਂ ਸਮਝਾਂਗੇ ਕਿ ਸਾਰੇ ਲੋਕਾਂ ਨੂੰ ਕਿਸ ਚਰਚ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਹ ਪਰਮੇਸ਼ਵਰ ਦੁਆਰਾ ਰਾਖਵੀਂ ਮੁਕਤੀ ਵਿੱਚ ਪ੍ਰਵੇਸ਼ ਕਰ ਸਕਣ। ਆਓ ਅਸੀਂ ਲੂਕਾ ਦੀ ਖੁਸ਼ਖਬਰੀ ਅਧਿਆਇ 22 ਖੋਲੀਏ ਅਤੇ ਉਸ ਦੇ ਬਾਰੇ ਵਿਸਤਾਰ ਨਾਲ ਵੇਖੀਏ। ਵਚਨ 7, ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾ ਦੇ ਲਈ ਬਲੀਦਾਨ ਕਰਨਾ ਸੀ, ਅਤੇ ਉਸਨੇ ਪਤਰਸ ਅਤੇ ਯਹੂਨਾ ਨੂੰ ਇਹ ਕਹਿ ਕੇ ਘੱਲਿਆ, ਭਾਈ ਜਾ ਕੇ ਸਾਡੇ ਲਈ ਪਸਾ ਤਿਆਰ ਕਰੋ ਤਾਂ ਅਸੀਂ ਖਾਈਏ। ਇੱਕ ਚਰਚ ਸੀ ਜਿਸ ਵਿੱਚ ਪਤਰਸ ਅਤੇ ਯਹੂਨਾ ਨੇ ਭਾਗ ਲਿਆ ਸੀ ਅਤੇ ਜਿਸ ਦੀ ਸਥਾਪਨਾ ਯੀਸ਼ੂ ਨੇ ਕੀਤੀ ਸੀ। ਉਸ ਚਰਚ ਦੇ ਬਾਰੇ ਵਿੱਚ ਯੀਸ਼ੂ ਨੇ ਕਿਹਾ, ਇਸ ਪੱਥਰ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ। ਉਹ ਚਰਚ ਕਿਹੜਾ ਪਰਬ ਮਨਾਉਂਦਾ ਹੈ? ਉਹ ਪਸਾ ਮਨਾਉਂਦਾ ਹੈ। ਇਸ ਇੱਕ ਚੀਜ਼ ਨੂੰ ਵੇਖ ਕੇ ਵੀ ਅਸੀਂ ਆਸਾਨੀ ਨਾਲ ਪਹਿਚਾਨ ਸਕਦੇ ਹਾਂ ਕਿ ਇਹ ਉਹ ਚਰਚ ਹੈ ਜਿੱਥੇ ਯੀਸ਼ੂ ਨੇ ਪਹਿਲੀ ਬਰਸਾਤ ਦੇ ਪਵਿੱਤਰ ਆਤਮਾ ਨੂੰ ਬਰਸਾਇਆ ਅਤੇ ਜਿਸ ਨੂੰ ਖੁਸ਼ਖਬਰੀ ਦਾ ਮਿਸ਼ਨ ਸੌਂਪਿਆ ਗਿਆ ਸੀ, ਹੈ ਨਾ? ਕਿਹੜਾ ਚਰਚ ਨਵੇਂ ਨੇਮ ਦੇ ਪਸਾ ਦੀ ਸੱਚਾਈ ਦਾ ਪ੍ਰਚਾਰ ਕਰਦਾ ਅਤੇ ਉਸ ਨੂੰ ਸਿਖਾਉਂਦਾ ਹੈ? ਉਹ ਚਰਚ ਆਫ ਗੋਡ ਦੇ ਇਲਾਵਾ ਹੋਰ ਕੋਈ ਚਰਚ ਨਹੀਂ ਹੈ। ਚਰਚ ਆਫ ਗੋਡ ਵਿੱਚ ਇਹ ਸਾਰੀਆਂ ਸੱਚਾਈਆਂ ਦਾ ਪਾਲਣ ਕੀਤਾ ਜਾਂਦਾ ਹੈ। ਪਤਰਸ, ਯਹੂਨਾ ਅਤੇ ਰਸੂਲ ਪੌਲੁਸ, ਜਿਸ ਨੇ ਬਾਅਦ ਵਿੱਚ ਸੱਚਾਈ ਨੂੰ ਸਵੀਕਾਰ ਕੀਤਾ, ਸਾਰੇ ਚਰਚ ਆਫ ਗੋਡ ਦੇ ਮੈਂਬਰ ਸੀ ਅਤੇ ਉਹਨਾਂ ਨੇ ਮੁਕਤੀ ਪ੍ਰਾਪਤ ਕੀਤੀ। ਯੀਸ਼ੂ ਨੇ ਉਹਨਾਂ ਨਾਲ ਵਾਅਦਾ ਕੀਤਾ ਕਿ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓਗੇ ਤੇ ਪੀਓਗੇ। ਉਹ ਲੋਕ ਉਹ ਰਸੂਲ ਹਨ ਜਿਨ੍ਹਾਂ ਨੇ ਯੀਸ਼ੂ ਦਾ ਵਾਅਦਾ ਪ੍ਰਾਪਤ ਕੀਤਾ। ਅਸੀਂ ਸਿਰਫ ਇਹ ਪਤਾ ਲਗਾਉਣਾ ਹੈ ਕਿ ਉਹ ਕਿਸ ਚਰਚ ਵਿੱਚ ਜਾਂਦੇ ਸੀ। ਫਿਰ ਅੱਜ ਸਮੁੰਦਰ ਦੇ ਕਿਨਾਰੇ ਦੀ ਰੇਤ ਵਾਂਗ ਕਈ ਚਰਚਾਂ ਵਿੱਚੋਂ ਅਸੀਂ ਆਸਾਨੀ ਨਾਲ ਉਸ ਚਰਚ ਨੂੰ ਪਹਿਚਾਨ ਸਕਦੇ ਹਾਂ ਜੋ ਮੁਕਤੀ ਪਾਉਣ ਅਤੇ ਸਦੀਪਕ ਸਵਰਗ ਵਿੱਚ ਪ੍ਰਵੇਸ਼ ਕਰਨ ਯੋਗ ਉਚਿਤ ਭੂਮਿਕਾ ਨਿਭਾਉਂਦਾ ਹੈ। ਹੁਣ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਹਾਂ ਅਤੇ ਇਹ ਕਹਿੰਦੇ ਹੋਏ ਸਾਡੇ ਚਰਚ ਦੀ ਜਾਣ ਪਛਾਣ ਦੇ ਰਹੇ ਹਾਂ, ਸਾਡਾ ਚਰਚ ਇੱਕ ਅਜਿਹਾ ਚਰਚ ਹੈ, ਇਸ ਲਈ ਸਾਡੇ ਚਰਚ ਵਿੱਚ ਆਓ। ਆਓ ਅਸੀਂ ਵਚਨ 19 ਵੇਖੀਏ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ਨਵਾਂ ਨੇਮ ਹੈ। ਨਵੇਂ ਨੇਮ ਦੀ ਪਸਾ ਦੀ ਸੱਚਾਈ ਦੇ ਦੁਆਰਾ ਪਰਮੇਸ਼ਵਰ ਨੇ ਘੋਸ਼ਣਾ ਕੀਤੀ ਕਿ ਚਰਚ ਆਫ ਗੋਡ ਹੀ ਸੱਚਾ ਚਰਚ ਹੈ। ਇਸ ਲਈ ਚਰਚ ਆਫ ਗੋਡ 2000 ਸਾਲ ਪਹਿਲਾਂ ਅਤੇ ਅੱਜ ਵੀ ਨਵੇਂ ਨੇਮ ਦਾ ਸਬਤ, ਨਵੇਂ ਨੇਮ ਦਾ ਪਸਾ ਅਤੇ ਨਵੇਂ ਨੇਮ ਦਾ ਪਿੰਤੇਕੋਸਤ ਦਾ ਦਿਨ ਮਨਾਉਂਦਾ ਹੈ। ਪੂਰੀ ਦੁਨੀਆ ਦੇ ਸਾਰੇ ਲੋਕਾਂ ਨੂੰ ਸਾਡੀ ਲੋੜ ਕਿਉਂ ਹੈ? ਏਦਾਂ ਇਸ ਲਈ ਕਿਉਂਕਿ ਮਸੀਹ ਨੇ ਸਾਨੂੰ ਦੁਨੀਆ ਨੂੰ ਬਚਾਉਣ ਦਾ ਮਿਸ਼ਨ ਦਿੱਤਾ ਹੈ। ਦੁਨੀਆ ਨੂੰ ਚਰਚ ਆਫ ਗੋਡ ਦੀ ਇੱਕ ਰਾਹ ਦੇ ਰੂਪ ਵਿੱਚ ਲੋੜ ਹੈ ਜਿਸ ਦੇ ਦੁਆਰਾ ਲੋਕ ਪਰਮੇਸ਼ਵਰ ਦੇ ਨੇੜੇ ਆ ਸਕਦੇ ਹਨ। ਇਹ ਇੱਕੋ ਇੱਕ ਚਰਚ ਹੈ ਜਿਸ ਨੂੰ ਖੁਸ਼ਖਬਰੀ ਮਿਸ਼ਨ ਸੌਂਪਿਆ ਗਿਆ ਹੈ ਅਤੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਪ੍ਰਚਾਰ ਕਰਕੇ ਲੋਕਾਂ ਨੂੰ ਪਿਤਾ ਅਤੇ ਮਾਤਾ ਜੀ ਦੀਆਂ ਬਾਹਾਂ ਵਿੱਚ ਲਿਆਉਂਦਾ ਹੈ। ਇਹ ਸਾਡਾ ਚਰਚ ਆਫ ਗੋਡ ਵਰਲਡ ਮਿਸ਼ਨ ਸੁਸਾਇਟੀ ਹੈ। ਸਿਰਫ 2000 ਸਾਲ ਪਹਿਲਾਂ ਹੀ ਨਹੀਂ ਬਲਕਿ ਇਸ ਸਮੇਂ ਵੀ ਚਰਚ ਆਫ ਗੋਡ ਇੱਕੋ ਇੱਕ ਚਰਚ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਵੱਲੋਂ ਮੁਕਤੀ ਦੇ ਮਹਾਨ ਕੰਮ ਨੂੰ ਕਰਨ ਦੀ ਇਜਾਜ਼ਤ ਦਿੱਤੀ ਹੈ। ਇਹ ਇੰਨਾ ਸਪਸ਼ਟ ਹੈ ਨਾ?
ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 11 ਵਚਨ 23 ਉੱਤੇ ਇੱਕ ਨਜ਼ਰ ਪਾਈਏ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ, ਮਤਲਬ ਯੀਸ਼ੂ ਤੋਂ, ਜਿਹੜੀ ਤੁਹਾਨੂੰ ਸੌਂਪ ਦਿੱਤੀ। ਭਾਈ ਪ੍ਰਭੂ ਯੀਸ਼ੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ, ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਤੋਂ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ, ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ, ਜਦ ਕਦੇ ਤੁਸੀਂ ਇਹਨੂੰ ਪੀਵੋ ਤਾਂ ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ। ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੱਕ ਉਹ ਨਾ ਆਵੇ। ਰਸੂਲ ਪੌਲੁਸ ਲੂਕਾ ਅਧਿਆਇ 22 ਵਚਨ 20 ਵਿੱਚ ਲਿਖੇ ਹੋਏ ਲੇਖਾਂ ਦਾ ਉਦਾਹਰਨ ਦਿੰਦਾ ਹੈ ਕਿ ਮੈਂ ਹੁਣ ਤੁਹਾਨੂੰ ਨਵੇਂ ਨੇਮ ਦੇ ਪਸਾ ਦਾ ਪ੍ਰਚਾਰ ਨਹੀਂ ਕਰ ਰਿਹਾ। ਕੁਰਿੰਥੀਸ ਇੱਕ ਗੈਰ ਕੌਮ ਸ਼ਹਿਰ ਸੀ ਜੋ ਇਜ਼ਰਾਈਲ ਦੇ ਯਰੂਸ਼ਲਮ ਤੋਂ ਦੂਰ ਸੀ। ਪੌਲੁਸ ਨੇ ਗੈਰ ਕੌਮਾਂ ਨੂੰ ਵੀ ਇਹ ਕਹਿੰਦੇ ਹੋਏ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਮੈਂ ਹੁਣ ਤੁਹਾਨੂੰ ਨਵੇਂ ਨੇਮ ਦੇ ਪਸਾ ਦਾ ਪ੍ਰਚਾਰ ਕਰ ਰਿਹਾ ਜੋ ਸਾਡੇ ਪ੍ਰਭੂ ਨੇ ਸਾਨੂੰ ਸਿਖਾਇਆ। ਇਸ ਲਈ ਪੌਲੁਸ ਨੇ ਉਸ ਪਸਾ ਨੂੰ ਮਨਾਇਆ ਜਿਸ ਨੂੰ ਪਤਰਸ ਅਤੇ ਯਹੂਨਾ ਨੇ ਮਨਾਇਆ ਸੀ। ਉਹ ਸਾਰੇ ਰਸੂਲ ਸੀ ਜੋ ਇੱਕ ਹੀ ਚਰਚ ਜਾਂਦੇ ਸੀ, ਹੈ ਨਾ? ਜਿਸ ਚਰਚ ਵਿੱਚ ਉਹ ਜਾਂਦੇ ਸੀ ਉਸ ਦਾ ਨਾਮ ਕੀ ਹੈ? ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 1 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 1 ਵਚਨ 1, ਲਿਖਤਮ ਪੌਲੁਸ, ਜਿਹੜਾ ਪਰਮੇਸ਼ਵਰ ਦੀ ਇੱਛਾ ਤੋਂ ਯੀਸ਼ੂ ਮਸੀਹ ਦਾ ਰਸੂਲ ਹੋਣ ਲਈ ਸੱਦਿਆ ਗਿਆ, ਨਾਲੇ ਸਾਡਾ ਭਰਾ ਸੋਸਥੇਨੇਸ, ਅੱਗੇ ਜੋ ਪਰਮੇਸ਼ਵਰ ਦੀ ਕਲੀਸਿਆ ਨੂੰ ਜਿਹੜੀ ਕੁਰਿੰਥਿਸ ਵਿੱਚ ਹੈ। ਇਸ ਲਈ ਹਰੇਕ ਚਰਚ ਦਾ ਨਾਮ ਉਸ ਦੀ ਜਗ੍ਹਾ ਤੇ ਰੱਖਿਆ ਗਿਆ ਸੀ। ਪਰਮੇਸ਼ਵਰ ਦੀ ਕਲੀਸਿਆ ਜੋ ਕੁਰਿੰਥਿਸ ਵਿੱਚ ਹੈ, ਪਰਮੇਸ਼ਵਰ ਦੀ ਕਲੀਸਿਆ ਜੋ ਅਫਸੁਸ ਵਿੱਚ ਹੈ ਅਤੇ ਪਰਮੇਸ਼ਵਰ ਦੀ ਕਲੀਸਿਆ ਜੋ ਸਮੁਰਨੇ ਵਿੱਚ ਹੈ। ਅਲੱਗ-ਅਲੱਗ ਖੇਤਰਾਂ ਵਿੱਚ ਚਰਚ ਆਫ ਗॉड ਸੀ। ਅਫਸੁਸ ਵਿੱਚ ਕਲੀਸਿਆ, ਸਮੁਰਨੇ ਵਿੱਚ ਕਲੀਸਿਆ, ਪਰਗਮੁਮ ਵਿੱਚ ਕਲੀਸਿਆ, ਥੁਆਤਿਰੇ ਵਿੱਚ ਕਲੀਸਿਆ, ਸਾਰਦਿਸ ਵਿੱਚ ਕਲੀਸਿਆ, ਫਿਲਦਲਫੀਆ ਵਿੱਚ ਕਲੀਸਿਆ, ਲਾਉਦੀਕੀਆ ਵਿੱਚ ਕਲੀਸਿਆ। ਅਸੀਂ ਵੇਖ ਸਕਦੇ ਹਾਂ ਕਿ ਹਰ ਇੱਕ ਚਰਚ ਦਾ ਨਾਮ ਉਸ ਖੇਤਰ ਦੇ ਨਾਮ ਨਾਲ ਰੱਖਿਆ ਗਿਆ ਸੀ ਜਿੱਥੇ ਉਹ ਸਥਿਤ ਸੀ। ਕਿਉਂਕਿ ਚਰਚ ਕੁਰਿੰਥਿਸ ਵਿੱਚ ਸਥਿਤ ਸੀ ਤਾਂ ਬਾਈਬਲ ਇਸ ਨੂੰ ਪਰਮੇਸ਼ਵਰ ਦੀ ਕਲੀਸਿਆ ਜੋ ਕੁਰਿੰਥਿਸ ਵਿੱਚ ਹੈ ਕਹਿੰਦੀ ਹੈ। ਜਦੋਂ ਪਰਮੇਸ਼ਵਰ ਨੇ ਇਸ ਧਰਤੀ ਉੱਤੇ ਆਪਣਾ ਮਿਸ਼ਨ ਪੂਰਾ ਕੀਤਾ ਅਤੇ ਸਵਰਗ ਚਲੇ ਗਏ, ਤਦ ਪਰਮੇਸ਼ਵਰ ਨੇ ਪੂਰੀ ਦੁਨੀਆ ਨੂੰ ਬਚਾਉਣ ਦੀ ਸ਼ਕਤੀ ਚਰਚ ਆਫ ਗॉड ਨੂੰ ਸੌਂਪੀ। ਚਰਚ ਆਫ ਗॉड ਦਾ ਮਿਸ਼ਨ ਕੀ ਹੈ? ਆਓ ਅਸੀਂ ਮਰਕੁਸ ਅਧਿਆਇ 16 ਵਚਨ 15 ਉੱਤੇ ਇੱਕ ਨਜ਼ਰ ਪਾਈਏ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨਿਸ਼ਚਾ ਕਰੇ ਅਤੇ ਬਪਤਿਸਮਾ ਲਵੇ ਅਤੇ ਉਹ ਕੀ ਕੀਤਾ ਜਾਵੇਗਾ? ਬਚਾਇਆ ਜਾਵੇਗਾ। ਇਸ ਲਈ ਹਰੇਕ ਸਿੱਖਿਆ ਜਿਸ ਦਾ ਚਰਚ ਆਫ ਗॉड ਪ੍ਰਚਾਰ ਕਰਦਾ ਹੈ ਉਹ ਸਿੱਧਾ ਮੁਕਤੀ ਨਾਲ ਸੰਬੰਧਿਤ ਸੰਦੇਸ਼ ਹੈ। ਜੋ ਲੋਕ ਮੁਕਤੀ ਦੇ ਸੰਦੇਸ਼ ਨੂੰ ਅਸਵੀਕਾਰ ਕਰਦੇ ਹਨ ਉਹਨਾਂ ਨੂੰ ਬਚਾਇਆ ਨਹੀਂ ਜਾਵੇਗਾ ਬਲਕਿ ਉਹਨਾਂ ਨੂੰ ਦੋਸ਼ੀ ਠਹਿਰਾਇਆ ਜਾਵੇਗਾ, ਅਤੇ ਜੋ ਲੋਕ ਇਸ ਨੂੰ ਸਵੀਕਾਰ ਕਰਦੇ ਹਨ ਅਤੇ ਬਪਤਿਸਮਾ ਲੈਂਦੇ ਹਨ ਉਹ ਬਚਾਏ ਜਾਣਗੇ। ਯੀਸ਼ੂ ਨੇ ਦ੍ਰਿੜਤਾ ਨਾਲ ਇਹ ਸਾਰੇ ਫੈਸਲੇ ਕੀਤੇ ਅਤੇ ਉਹ ਸਵਰਗ ਵਿੱਚ ਚਲੇ ਗਏ। ਇਦਾਂ ਇਸ ਲਈ ਨਹੀਂ ਹੈ ਕਿ ਅਸੀਂ ਹੁਸ਼ਿਆਰ ਹਾਂ ਜਿਸ ਤੋਂ ਕਿ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਲੱਭ ਸਕਦੇ ਹਾਂ ਅਤੇ ਮਨਾ ਸਕਦੇ ਹਾਂ, ਪਰ ਅਸੀਂ ਉਸ ਚਰਚ ਵਿੱਚ ਹਾਂ ਜਿਸ ਨੂੰ ਪਰਮੇਸ਼ਵਰ ਨੇ ਸਥਾਪਿਤ ਕੀਤਾ। ਇਸ ਲਈ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰ ਰਹੇ ਹਾਂ, ਹੈ ਨਾ? ਆਓ ਅਸੀਂ ਇੱਕ ਵਾਰ ਦੁਬਾਰਾ ਮਰਕੁਸ ਅਧਿਆਇ 16 ਵਚਨ 15 ਤੋਂ 16 ਵੇਖੀਏ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰਿਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਜਿਹੜਾ ਨਿਸ਼ਚਾ ਕਰੇ ਤੇ ਬਪਤਿਸਮਾ ਲਵੇ ਅਤੇ ਉਹ ਕੀ ਕੀਤਾ ਜਾਵੇਗਾ? ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਪੂਰੀ ਦੁਨੀਆ ਨੂੰ ਚਰਚ ਆਫ ਗॉड ਤੋਂ ਇਸ ਖੁਸ਼ਖਬਰੀ ਨੂੰ ਸਵੀਕਾਰ ਕਰਨਾ ਚਾਹੀਦਾ ਜੋ ਜੀਵਨ ਦੀ ਖੁਸ਼ਖਬਰੀ ਹੈ ਅਤੇ ਬਚਾਏ ਜਾਣ ਦੀ ਖੁਸ਼ਖਬਰੀ ਹੈ। ਇਸ ਲਈ ਸਾਨੂੰ ਦੁਨੀਆ ਨੂੰ ਬਚਾਉਣ ਲਈ ਬਾਹਰ ਜਾਣਾ ਅਤੇ ਪ੍ਰਚਾਰ ਕਰਨਾ ਚਾਹੀਦਾ ਹੈ। ਸਾਨੂੰ ਚੁੱਪ ਨਹੀਂ ਰਹਿਣਾ ਚਾਹੀਦਾ, ਪਰ ਜਿੱਥੇ ਕਿਤੇ ਅਸੀਂ ਹਾਂ, ਘਰਾਂ ਵਿੱਚ ਰਹਿਣ ਵਾਲੇ ਗੁਆਂਢੀਆਂ ਨੂੰ, ਕੰਮ ਕਰਨ ਵਾਲਿਆਂ ਨੂੰ ਕੰਮਾਂ-ਕਾਰਾਂ ਤੇ, ਫੌਜੀਆਂ ਨੂੰ ਸੈਨਾ ਵਿੱਚ ਅਤੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਪ੍ਰਚਾਰ ਕਰਨਾ ਚਾਹੀਦਾ ਹੈ। ਇਹਦਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਹਰੇਕ ਨੂੰ ਇੱਕ ਆਤਮਾ ਨੂੰ ਬਚਾਉਣ ਦੀ ਸ਼ਕਤੀ ਦਿੱਤੀ ਹੈ। ਜਿਵੇਂ ਕਿ ਪਿੰਤੇਕੁਸਤ ਦੀ ਪਹਿਲੀ ਬਰਸਾਤ ਦਾ ਪਵਿੱਤਰ ਆਤਮਾ ਚਰਚ ਆਫ ਗॉड ਉੱਤੇ ਬਰਸਾਈ ਗਈ ਇੱਕ ਆਸ਼ੀਸ਼ ਸੀ, ਉਸੇ ਤਰ੍ਹਾਂ ਸਵਰਗੀ ਮਾਤਾ ਜੀ ਨੇ ਕਿਹਾ, ਅੱਜ ਪਿੰਤੇਕੁਸਤ ਦੇ ਦਿਨ ਤੇ ਤੁਹਾਨੂੰ ਸਾਰਿਆਂ ਨੂੰ ਪਵਿੱਤਰ ਆਤਮਾ ਮਿਲਿਆ ਹੈ। ਮੈਂ ਇਮਾਨਦਾਰੀ ਨਾਲ ਸਾਰੇ ਸਿਓਨ ਦੇ ਮੈਂਬਰਾਂ ਨੂੰ ਮਾਤਾ ਜੀ ਦੇ ਵਚਨਾਂ ਨੂੰ ਇੱਕ ਵਾਰ ਦੁਬਾਰਾ ਆਪਣੇ ਦਿਲਾਂ ਦੀ ਡੂੰਘਾਈ ਵਿੱਚ ਉਕਾਰਨ ਲਈ
ਅਤੇ ਦੁਨੀਆ ਦੇ ਸਾਰੇ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਹਿੰਦਾ, ਤਾਂ ਜੋ ਤੁਸੀਂ ਧਰਤੀ ਉੱਤੇ ਆਪਣੇ ਬਾਕੀ ਬਚੇ ਜੀਵਨ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਚੰਗੇ ਫਲ ਪੈਦਾ ਕਰ ਸਕੋ। ਇਸ ਤੋਂ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਦਾ ਹਾਂ। ਤੁਹਾਡਾ ਧੰਨਵਾਦ।